ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨਾ ਬੰਧੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀਓ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜੀਵਨ ਦੇ ਬੜੇ ਹੀ ਅਲੌਕਿਕ ਕੌਤਕ ਸਰਵਣ ਕਰ ਰਹੇ ਹੋ। ਬੜੇ ਹੀ ਅੰਮ੍ਰਿਤਮਈ ਵਚਨ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਅਸੀਂ ਪਹਿਲਾਂ ਵੀ ਕਈ ਵਾਰੀ ਸੁਣਿਆ ਹੋਣਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਆਪਣੇ ਅੰਗ ਨਾਲ ਲਾ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ। ਯਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਆਪਣੀ ਥਾਂ ਬਿਠਾ ਕੇ ਲਹਿਣੇ ਤੋਂ ਗੁਰੂ ਅੰਗਦ ਬਣਾਇਆ। ਪਰ ਭਾਈ ਲਹਿਣਾ ਜੀ ਗੁਰੂ ਅੰਗਦ ਬਣਨ ਤੋਂ ਪਹਿਲਾਂ ਜਿਸ ਤਰੀਕੇ ਉਹਨਾਂ ਦੀ ਘਾਲਣਾ ਹੈ, ਜਿਸ ਤਰੀਕੇ ਦੀ ਉਹਨਾਂ ਦੀ ਸੇਵਾ ਹੈ, ਉਹਦੇ ਬੜੇ ਅਦਭੁਤ ਪ੍ਰਸੰਗ ਆਪ ਨੇ ਸੁਣੇ ਪਿਛਲੇ ਦਿਨਾਂ ਵਿੱਚ ਕਿ ਕਿਸ ਤਰੀਕੇ ਇੱਕ ਪਾਣੀ ਦੇ ਵਿੱਚ ਗੰਦੇ ਦੇ ਵਿੱਚ ਲੋਟਾ ਡਿੱਗ ਜਾਂਦਾ ਹੈ। ਲੋਟਾ ਚੁੱਕਣ ਦੇ ਲਈ ਗੁਰੂ ਜੀ ਦਾ ਹੁਕਮ ਮੰਨ ਕੇ ਸਮੇਤ ਕੱਪੜਿਆਂ ਦੇ ਛਾਲ ਮਾਰ ਦਿੰਦੇ ਆ। ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ ਇਹ ਪਿੱਛੇ ਰਹਿ ਜਾਂਦੇ ਆ। ਇਸੇ ਤਰ੍ਹਾਂ ਭਾਵੇਂ ਉਹ ਜੰਗਲਾਂ ਵਿੱਚ ਜਾ ਕੇ ਸੋਟੇ ਖਾਣ ਦੀ ਗੱਲ ਹੋਵੇ, ਭਾਵੇਂ ਉਹ ਮੁਰਦਾ ਖਾਣ ਦੇ ਲਈ ਗੁਰੂ ਜੀ ਦਾ ਕਹਿਣਾ ਅੰਦਰ ਭਾਵੇਂ ਪ੍ਰਸ਼ਾਦ ਹੀ ਹੈ ਪਰ ਬਾਹਰੋਂ ਕਿਸੇ ਨੂੰ ਕੁਝ ਨਹੀਂ ਪਤਾ, ਜਾਂ ਗੁਰੂ ਜੀ ਨੇ ਦਰਖਤ ਉੱਤੇ ਚੜ੍ਹ ਕੇ ਦਰਖਤ ਦਾ ਟਹਿਣਾ ਹਿਲਾਉਣ ਦੀ ਗੱਲ ਕਰਨੀ ਅਤੇ ਮਠਿਆਈਆਂ ਝਾੜਨ ਦੀ ਗੱਲ ਕਰਨੀ, ਮਰੇ ਹੋਏ ਚੂਹੇ ਨੂੰ ਚੁੱਕਣਾ ਸੁੱਟਣਾ, ਗੁਰੂ ਜੀ ਦੇ ਵਸਤਰ ਅੱਧੀ ਰਾਤੀ ਧੋ ਕੇ ਲਿਆਉਣ ਦੀ ਗੱਲ ਕਰਨੀ, ਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਠੰਡ ਦੀ ਰੁੱਤੇ ਮੀਂਹ ਪੈਂਦੇ ਦੇ ਵਿੱਚ ਸਰੀਰ ਠਰ ਕੇ ਥੱਲੇ ਡਿੱਗ ਗਿਆ ਪਰ ਰਾਵੀ ਦਰਿਆ ਦੇ ਕੰਢੇ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਇਹ ਬੜੇ ਅਨੋਖੇ ਕੌਤਕ ਭਾਈ ਲਹਿਣਾ ਜੀ ਵਿੱਚ ਕਹਿ ਲਓ ਅਨੋਖਾ ਸੇਵਾਦਾਰਾਂ ਵਾਲਾ ਜੀਵਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਐਸੀ ਪਰਮ ਪਵਿੱਤਰ ਅਵਸਥਾ ਨੂੰ ਵੇਖ ਕੇ ਬੜੇ ਪ੍ਰੇਮ ਨਾਲ ਵਚਨ ਕੀਤੇ ਕਿ ਮਹਾਰਾਜ ਨੇ ਆਖਿਆ ਕਿ ਭਾਈ ਲਹਿਣਿਆ ਸਿੱਖੀ ਖੰਡੇ ਤੋਂ ਤਿੱਖੀ ਹੈ। ਉਹ ਇਨਸਾਨ ਧਨ ਹੈ ਜਿਹਨੇ ਵੀ ਇਸ ਸਿੱਖੀ ਨੂੰ ਧਾਰਨ ਕਰ ਲਿਆ। ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੋਰ ਵੀ ਕਈ ਪ੍ਰੀਖਿਆਵਾਂ ਕੀਤੀਆਂ, ਜਿਹਦੇ ਵਿੱਚੋਂ ਭਾਈ ਲਹਿਣਾ ਜੀ ਅੱਵਲ ਆਏ ਅਤੇ ਅੰਤ ਆਪ ਗੁਰਿਆਈ ਉਹਨਾਂ ਨੂੰ ਦਿੱਤੀ, ਆਪਣੀ ਥਾਂ ਬਿਠਾਇਆ, ਉਹਨਾਂ ਨੂੰ ਨਮਸਕਾਰ ਕੀਤੀ। ਉਹ ਸਾਰਾ ਪ੍ਰਸੰਗ ਅਸੀਂ ਅੱਜ ਸੁਣਾਂਗੇ। ਬੜੇ ਪ੍ਰੇਮ ਨਾਲ ਹਾਜ਼ਰੀਆਂ ਲਵਾਉਂਦੇ ਹੋਏ ਸਾਰੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਾਂ, ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵਚਨ ਜਦੋਂ ਸੁਣੇ, ਹੱਥ ਜੋੜ ਲਏ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਨਾ ਭਾਈ ਲਹਿਣਿਆ ਤੂੰ ਬਹੁਤ ਵੱਡੀ ਸੇਵਾ ਕਰ ਰਿਹਾ ਹੈ, ਤੇਰੇ ਜੈਸਾ ਕੋਈ ਨਹੀਂ ਹੋਰ ਦੁਨੀਆ 'ਤੇ। ਹੱਥ ਜੋੜੇ
ਮੱਥਾ ਟੇਕਿਆ ਭਾਈ ਲਹਿਣਾ ਜੀ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਭਾਈ ਲਹਿਣਿਆ ਤੇਰੀ ਬਰਾਬਰੀ ਕਿਸੇ ਹੋਰ ਤੋਂ ਨਹੀਂ ਹੋ ਸਕਦੀ, ਤੂੰ ਸਭ ਤੋਂ ਉੱਚੀ ਪਦਵੀ ਪਾਵੇਂਗਾ। ਇਹ ਗੁਰੂ ਨਾਨਕ ਜੀ ਨੇ ਆਖਿਆ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਵਚਨ ਜਦੋਂ ਸੁਣੇ ਨਾ ਕਿ ਭਾਈ ਲਹਿਣਾ ਤੇਰੇ ਜੈਸਾ ਨਹੀਂ ਕੋਈ ਹੈ, ਉੱਚੀ ਪਦਵੀ ਪਾਉਣ ਵਾਲਾ ਹੈ ਤੂੰ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਦੇ ਚਰਨਾਂ ਨੂੰ ਫੜ ਲਿਆ, ਬਸ ਡਿੱਗ ਪਏ। ਸਾਡੇ ਵਰਗਾ ਬੰਦਾ ਤੇ ਕੋਈ ਮਾੜੀ ਜਿਹੀ ਸਿਫਤ ਕਰੇ ਤੇ ਚੌੜਾ ਹੋ ਜਾਂਦਾ, ਤੇ ਅੱਗੋਂ ਕਹਿੰਦਾ ਹਾਂ ਜੀ ਹਾਂ, ਮੇਰੇ ਵਰਗਾ ਤੇ ਸੇਵਾਦਾਰ ਦੁਨੀਆ ਤੇ ਕੋਈ ਨਹੀਂ, ਮੈਂ ਜੋ ਹਾਂ ਹੋਰ ਕੋਈ ਨਹੀਂ ਹੋ ਸਕਦਾ। ਪਰ ਦੇਖੋ ਸਾਧ ਸੰਗਤ ਗੁਰਸਿੱਖਾਂ ਦੀ ਜੋ ਕਰਨੀ ਹੈ ਭਾਈ ਲਹਿਣਾ ਜੀ ਨੇ ਕਰਕੇ ਦਿਖਾਈ। ਗੁਰੂ ਨਾਨਕ ਦੇ ਚਰਨਾਂ ਤੇ ਡਿੱਗ ਪਏ, ਨਿਮਰਤਾ ਵਿੱਚ ਆ ਗਏ। ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਹਿਰਦੇ 'ਚ ਆਨੰਦ ਲੈ ਰਹੇ ਗੁਰੂ ਦੇ ਚਰਨਾਂ ਦਾ, ਔਰ ਆਪਣੇ ਮੁਖਾਰਵਿੰਦੋਂ ਵਚਨ ਕਰ ਰਹੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਕੁਛ ਵੀ ਨਹੀਂ ਹਾਂ, ਸਭ ਕੁਝ ਤੁਹਾਡਾ ਹੀ ਹੈ, ਤੁਸੀਂ ਕਰਵਾਉਣ ਵਾਲੇ ਹੋ। ਇਸ ਤਰੀਕੇ ਸਾਧ ਸੰਗਤ ਭਾਈ ਲਹਿਣਾ ਜੀ ਬੜੇ ਪ੍ਰੇਮ ਨਾਲ ਗੁਰੂ ਚਰਨਾਂ ਵਿੱਚ ਰਹਿੰਦੇ ਹਨ। ਕਈ ਦਿਨ ਲੰਘ ਗਏ, ਕੁਝ ਸਮਾਂ ਇਸੇ ਤਰ੍ਹਾਂ ਸੇਵਾ ਵਿੱਚ ਲੰਘ ਜਾਂਦਾ ਹੈ। ਭਾਈ ਲਹਿਣਾ ਜੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ ਬੜੇ ਪ੍ਰੇਮ ਦੇ ਨਾਲ। ਇੱਕ ਦਿਨ ਦੀ ਕਵੀ ਜੀ ਗੱਲ ਦੱਸ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੇਵਕ ਹਨ ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਬਾਬਾ ਬੁੱਢਾ ਜੀ। ਇਹ ਸਾਰੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਹਨ। ਇਹ ਸਾਰੇ ਸਿੱਖ ਕਹਿੰਦੇ ਬਈ ਭਾਈ ਸੇਵਾ ਤੇ ਸਾਰੇ ਹੀ ਕਰਦੇ ਹਨ, ਆਪਾਂ ਵੀ ਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਹਾਂ। ਪਰ ਸਿੱਖ ਕਹਿੰਦੇ ਆ, ਕਹਿੰਦੇ ਵੀ ਸੱਚਾਈ ਇਹ ਹੈ, ਜੋ ਭਾਈ ਲਹਿਣਾ ਜੀ ਦੀ ਸੇਵਾ ਹੈ ਐਸੀ ਸੇਵਾ ਸਾਡੀ ਨਹੀਂ ਹੈ ਕਿਸੇ ਦੀ। ਕਰ ਤਾਂ ਰਹੇ ਹਾਂ ਅਸੀਂ ਵੀ, ਪਰ ਜੋ ਭਾਈ ਲਹਿਣਾ ਜੀ ਦੀ ਸੇਵਾ ਹੈ ਉਹ ਸੇਵਾ ਇੱਕ ਵਿਲੱਖਣ ਸੇਵਾ ਹੈ। ਇਹਦੇ ਲਈ ਭਾਈ ਵੀਰ ਸਿੰਘ ਨੇ ਥੱਲੇ ਨੋਟ ਵੀ ਦਿੱਤਾ ਹੈ, ਕਹਿੰਦੇ ਫਰਕ ਕੀ ਹੈ ਭਾਈ ਦੂਜਿਆਂ ਦੀ ਸੇਵਾ ਵਿੱਚ। ਭਾਈ ਸਾਹਿਬ ਕਹਿੰਦੇ ਹੋਰਨਾਂ ਦੀ ਸੇਵਾ ਅਤੇ ਸ਼੍ਰੀ ਪਰਮ ਪਵਿੱਤਰ ਲਹਿਣਾ ਜੀ ਦੀ ਸੇਵਾ ਵਿੱਚ ਇਹ ਫਰਕ ਹੈ ਕਿ ਆਪ ਸ਼੍ਰੀ ਗੁਰੂ ਜੀ ਦੇ ਪ੍ਰੇਮ ਵਿੱਚ ਖਿੱਚੇ ਹੋਏ ਕਿਸੇ ਚਾਓ ਪਿਆਰ ਅਤੇ ਬੇਵੱਸ ਖਿੱਚ ਵਿੱਚ ਸੇਵਾ ਕਰਦੇ ਹਨ। ਉਹਨਾਂ ਨੂੰ ਇਹ ਖਿਆਲ ਹੀ ਨਹੀਂ ਕਿ ਸੇਵਾ ਕੋਈ ਵਸੀਲਾ ਹੈ ਕਿਸੇ ਪ੍ਰਾਪਤੀ ਦਾ। ਉਹ ਸਤਿਗੁਰੂ ਦੇ ਚਰਨ ਕਮਲਾਂ ਦੇ ਭੌਰੇ ਹਨ ਅਤੇ ਗੁਰੂ ਜੀ ਦੀ ਗੈਰ ਹਜ਼ੂਰੀ ਭਾਵ ਗੁਰੂ ਦਾ ਵਿਛੋੜਾ ਚੱਲ ਨਹੀਂ ਸਕਦੇ। ਜੋ ਆਗਿਆ ਹੁੰਦੀ ਹੈ ਉਸ ਦੀ ਪਾਲਣਾ ਉਹਨਾਂ ਤੋਂ ਬੇਵਸੇ ਕਿਸੇ ਰੰਗ ਰਤੜੀ ਬੇਖੁਦੀ ਵਿੱਚ ਹੁੰਦੀ ਹੈ। ਜਾਣੀ ਜਿਹੜੀ ਗੁਰੂ ਦੀ ਸੇਵਾ ਕਰਦੇ ਉਹਨਾਂ ਅੰਦਰ ਇਹ ਵੀ ਨਹੀਂ ਵੀ ਮੈਂ ਸੇਵਾ ਕਰਦਾ, ਉਹ ਤੇ ਪ੍ਰੇਮ ਵਿੱਚ ਕਿਸੇ ਹੁਲਾਸ ਵਿੱਚ ਕੰਮ ਕਰਦੇ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਰਤਾ ਹਾਂ, ਮੈਂ ਕੁਝ ਕਰਨ ਵਾਲਾ ਹਾਂ। ਉਹਨਾਂ ਨੇ ਦੂਈ ਮਿਟਾ ਦਿੱਤੀ ਹੈ। ਇਹ ਗੱਲ ਭਾਈ ਭਗੀਰਥ, ਭਾਈ ਸਧਾਰਨ, ਬਾਬਾ ਬੁੱਢਾ ਜੀ ਜਾਣਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਤਿੰਨਾਂ ਗੁਰਸਿੱਖਾਂ ਦੇ ਮਨ ਦੀ ਜਾਣ ਲਈ ਕਿ ਤਿੰਨੇ ਗੁਰਮੁਖ ਇਹ ਵਿਚਾਰ ਕਰ ਰਹੇ ਹਨ ਕਿ ਅਸੀਂ ਵੀ ਸੇਵਾ ਕਰਦੇ ਹਾਂ, ਭਾਈ ਲਹਿਣਾ ਜੀ ਵੀ ਕਰਦੇ, ਪਰ ਭਾਈ ਲਹਿਣਾ ਜੀ 'ਤੇ ਬਹੁਤ ਬਖਸ਼ਿਸ਼ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਤਿੰਨਾਂ ਨੂੰ ਇਹ ਦਿਖਾਉਣ ਲਈ ਕਿ ਫਰਕ ਕੀ ਹੈ। ਗੁਰੂ ਜੀ ਨੇ ਇੱਕ ਹੋਰ ਬੜਾ ਅਨੋਖਾ ਬੜਾ ਵਿਲੱਖਣ ਕੌਤਕ ਕੀਤਾ ਹੈ ਜਾਣ ਕੇ।
ਗੁਰੂ ਜੀ ਨੇ ਵੀ ਕਿ ਤਿੰਨਾਂ ਦੀ ਉਹ ਪਰਖ ਕਰ ਲਈਏ, ਤਾਂ ਕਿ ਇਹ ਤੇ ਬਹੁਤ ਪਿਆਰੇ ਸਿੱਖ ਹਨ, ਇਹਨਾਂ ਦੇ ਮਨ ਵਿੱਚ ਵੀ ਕੋਈ ਗੱਲ ਰਹਿ ਨਾ ਜਾਏ। ਭਾਵੇਂ ਕਿ ਆ ਨਹੀਂ ਸਕਦੀ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਦੇ ਮਨ ਵਿੱਚ, ਪਰ ਗੁਰੂ ਪਾਤਸ਼ਾਹ ਜੀ ਬਿਲਕੁਲ ਸਾਰੀ ਗੱਲ ਨੂੰ ਸਾਫ਼ ਕਰ ਦੇਣਾ ਚਾਹੁੰਦੇ ਹਨ। ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਰਾਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਬੈਠੇ ਹੈ ਸਿੱਖ, ਭਾਈ ਲਹਿਣਾ ਜੀ, ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਵਰਗੇ ਗੁਰੂ ਕੇ ਸਿੱਖ ਬੈਠੇ ਹਨ। ਗੁਰੂ ਨਾਨਕ ਦੇਵ ਜੀ ਉਸ ਵੇਲੇ ਫਿਰ ਸਾਧ ਸੰਗਤ ਜੀ ਬੋਲੇ, ਕੀ ਕਹਿੰਦੇ ਸੁਣੋ। ਪਹਿਲਾਂ ਇੱਕ ਸਿੱਖ ਨੂੰ ਕਹਿੰਦੇ, ਭਾਈ ਸਿੱਖਾਂ ਇਉਂ ਕਰ, ਤੂੰ ਬਾਹਰ ਨਿਕਲ ਇੱਥੋਂ। ਕਹਿੰਦਾ ਜੀ ਸਤ ਵਚਨ ਕਰਾਂ ਕੀ। ਗੁਰੂ ਜੀ ਕਹਿੰਦੇ ਇਉਂ ਦੇਖ, ਬਾਹਰ ਰਾਤ ਕਿੰਨੀ ਕੁ ਲੰਘ ਗਈ ਤੇ ਕਿੰਨੀ ਕੁ ਬਾਕੀ ਹੈ। ਰਾਤ ਕਿੰਨੀ ਕੁ ਲੰਘ ਗਈ ਤੇ ਕਿੰਨੀ ਕੁ ਰਾਤ ਬਾਕੀ ਹੈ। ਕਹਿੰਦੇ ਉਹ ਜਿੰਨੀ ਕੁ ਰਹਿ ਗਈ ਉਹ ਮੈਨੂੰ ਦੱਸ ਦੇ, ਜਿੰਨੀ ਕੁ ਲੰਘ ਗਈ ਉਹ ਵੀ ਦੱਸ ਦੇ। ਇਸ਼ਨਾਨ ਦਾ ਟਾਈਮ ਹੋ ਗਿਆ ਜਾਂ ਨਹੀਂ ਹੋ ਗਿਆ ਇਹ ਦੱਸ ਦੇ ਮੈਨੂੰ ਭਾਈ ਗੁਰਸਿੱਖਾ। ਪਹਿਲਾਂ ਭਾਈ ਬੁੱਢਾ ਜੀ ਨੂੰ ਗੁਰੂ ਜੀ ਨੇ ਭੇਜਿਆ। ਭਾਈ ਬੂढ़ਾ ਜੀ ਬਾਹਰ ਨਿਕਲੇ, ਉਹਨਾਂ ਨੇ ਅਸਮਾਨ ਵੱਲ ਨਜ਼ਰ ਮਾਰੀ ਤੇ ਦੇਖ ਕੇ ਚੰਗੇ ਤਰੀਕੇ ਨਾਲ ਬਾਹਰ ਤੇ ਵਾਪਸ ਆਏ ਅੰਦਰ। ਆ ਕੇ ਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਅੱਧੀ ਰਾਤ ਹੈ, ਅੱਧੀ ਕੁ ਰਾਤ ਲੰਘ ਗਈ, ਅੱਧੀ ਕੁ ਰਾਤ ਹਜੇ ਬਾਕੀ ਹੈ। ਗੁਰੂ ਜੀ ਕਹਿੰਦੇ ਇੰਨੀ ਤਾਂ ਨਹੀਂ ਲੱਗਦੀ, ਅੱਧੀ ਤਾਂ ਨਹੀਂ ਲੱਗਦੀ ਹਜੇ ਬਾਕੀ ਹੋਵੇ। ਕਹਿੰਦੇ ਲੱਗਦਾ ਹੈ ਵੀ ਪੈਰ ਕੁ ਰਾਤ ਰਹਿ ਗਈ, ਥੋੜਾ ਜਿਹਾ ਸਮਾਂ ਰਹਿ ਗਿਆ ਹੈ, ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਭਾਈ ਗੁਰਸਿੱਖੋ ਕਹਿੰਦੇ ਭਲੀ ਤਰ੍ਹਾਂ ਚੰਗੀ ਤਰ੍ਹਾਂ ਜਾ ਕੇ ਦੇਖ ਕੇ ਆਓ ਕਿ ਕੀ ਰਾਤ ਲੰਘ ਗਈ, ਅੱਧੀ ਹੈ ਕਿ ਕਿਵੇਂ ਹੈ। ਸਮਾਂ ਜਾ ਕੇ ਦੇਖੋ ਕੈਸਾ ਹੋ ਗਿਆ। ਕੋਈ ਦੱਸੇ ਗੁਰਮੁਖ ਪਿਆਰਾ, ਚੰਗੀ ਮੱਤ ਵਾਲਾ, ਅੰਮ੍ਰਿਤ ਵੇਲਾ ਹੋ ਗਿਆ। ਇਹ ਭੋਲੀ ਮੱਤ ਵਾਲਿਓ ਗੁਰਸਿੱਖੋ ਜਾ ਕੇ ਸਮਾਂ ਦੱਸੋ ਜੀ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦਾ ਵਚਨ ਸੁਣਿਆ। ਬਾਬਾ ਬੁੱਢਾ ਜੀ ਗੁਰੂ ਜੀ ਨੂੰ ਫੇਰ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਅੱਧੀ ਰਾਤ ਹੈ, ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ ਹਾਂ, ਮੈਂ ਚੰਗੀ ਤਰ੍ਹਾਂ ਵੇਖੀ ਹੈ ਮਹਾਰਾਜ, ਰਾਤ ਅੱਧੀ ਲੰਘ ਗਈ, ਅੱਧੀ ਬਾਕੀ ਹੈ। ਗੁਰੂ ਜੀ ਗੁਰੂ ਨਾਨਕ ਦੇਵ ਜੀ ਫਿਰ ਬੋਲੇ, ਕਹਿੰਦੇ ਨਹੀਂ ਭਾਈ ਬੁੱਢਾ, ਮੈਨੂੰ ਲੱਗਦਾ ਹੈ ਕਿ ਹਜੇ ਤਾਂ ਕਾਫੀ ਰਾਤ ਲੰਘ ਗਈ, ਇੱਕ ਪਹਿਰ ਰਹਿ ਗਿਆ ਰਾਤ ਦਾ। 4 ਪਹਿਰ ਹੁੰਦੇ ਨਾ, ਅੱਧੀ 2 ਪਹਿਰ ਲੰਘੇ ਤੇ ਹੁੰਦੀ ਆ, ਪਰ ਮਹਾਰਾਜ ਕਹਿੰਦੇ ਇੱਕ ਪਹਿਰ ਲੱਗਦਾ ਮੈਨੂੰ, ਅੰਮ੍ਰਿਤ ਵੇਲਾ ਹੋ ਗਿਆ ਜਾਪਦਾ ਹੈ। ਕਹਿੰਦੇ ਲੱਗਦਾ ਭਾਈ ਤੂੰ ਚੰਗੀ ਤਰ੍ਹਾਂ ਨਾ ਵੇਖੀ ਹੋਏਗੀ, ਜਾ ਦੁਬਾਰਾ ਵੇਖ ਕੇ ਆ। ਇਉਂ ਗੁਰੂ ਜੀ ਨੇ ਆਖਿਆ। ਬਾਬਾ ਬੁੱਢਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਦੁਬਾਰਾ ਫਿਰ ਆਏ, ਬਾਹਰ ਵੇਖਿਆ, ਬਾਹਰ ਨੂੰ ਵੇਖਿਆ ਤੇ ਆ ਕੇ ਫੇਰ ਅਸਮਾਨ ਵੱਲ ਨੂੰ ਤੱਕਿਆ ਤੇ ਵਾਪਸ ਆ ਗਏ। ਆ ਕੇ ਕਹਿੰਦੇ ਮਹਾਰਾਜ ਚੰਗੀ ਤਰ੍ਹਾਂ ਵੇਖ ਲਿਆ, ਹਜੇ ਰਾਤ ਅੱਧੀ ਹੋ ਹੈ। ਉਹੀ ਗੱਲ ਹੈ ਜੋ ਪਹਿਲਾਂ ਮੈਂ ਆਖੀ ਸੀ। ਗੁਰੂ ਜੀ ਨੇ 3 ਵਾਰ ਇਉਂ ਬਚਨ ਕੀਤੇ,
ਤਿੰਨੇ ਸਿੱਖਾਂ ਨੂੰ ਕੋਲ ਬੈਠੇ ਸੀ ਭਾਈ ਭਗੀਰਥ ਜੀ, ਉਹਨਾਂ ਨੂੰ ਵੀ ਮਹਾਰਾਜ ਨੇ ਬਾਹਰ ਭੇਜਿਆ ਵੀ ਜਾ ਕੇ ਦੇਖ ਕੇ ਆਓ, ਰਾਤ ਤਾਂ ਨਹੀਂ ਲੰਘ ਤਾਂ ਨਹੀਂ ਗਈ, ਅੰਮ੍ਰਿਤ ਵੇਲਾ ਤਾਂ ਮੈਨੂੰ ਲੱਗਦਾ ਅੰਮ੍ਰਿਤ ਵੇਲਾ ਹੋ ਗਿਆ, ਦੱਸੋ ਰਾਤ ਕਿੰਨੀ ਲੰਘ ਗਈ ਤੇ ਕਿੰਨੀ ਬਾਕੀ ਹੈ। ਸਾਰਿਆਂ ਨੇ ਆ ਕੇ ਆਖਿਆ ਮਹਾਰਾਜ ਅੱਧੀ ਰਾਤ ਹੈ, ਬਸ ਪੱਕੀ ਗੱਲ ਹੈ, ਸਾਡੀ ਪੱਥਰ ਤੇ ਲਕੀਰ ਵਾਲੀ ਗੱਲ ਹੈ। ਇਉਂ ਇਹਨਾਂ ਤਿੰਨਾਂ ਨੇ ਆਖਿਆ ਹੈ। ਗੱਲ ਤੇ ਇਹਨਾਂ ਦੀ ਵੀ ਠੀਕ ਸੀ, ਪਰ ਗੁਰੂ ਜੀ ਦੀ ਆਸ਼ਾ ਜਿੱਥੇ ਗੁਰੂ ਜੀ ਟਿਕਾਉਂਦੇ ਆ ਹਜੇ ਉਹ ਗੱਲ ਟਿਕੀ ਨਹੀਂ ਅੰਦਰ। ਇਹ ਦੇਖੋ ਕਿੱਡੀ ਵੱਡੀ ਗੱਲ ਆ। ਕਈ ਬੰਦੇ ਅੱਜ ਦੇਖੋ ਇਸ ਗੱਲ 'ਚ ਕੋਈ ਦੋ ਰਾਮਾ ਨਹੀਂ ਕਿ ਬਾਬਾ ਬੁੱਢਾ ਜੀ ਦੀ ਸੇਵਾ ਬਹੁਤ ਵੱਡੀ ਆ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਨੇ ਆਖਿਆ ਹੋਵੇ ਬਾਬਾ ਬੁੱਢਾ ਤੇਰੇ ਤੋਂ ਮੈਂ ਕਦੇ ਓਹਲੇ ਨਹੀਂ ਹੋਵਾਂਗਾ, ਉਹ ਕੋਈ ਆਮ ਨਹੀਂ ਹੋ ਸਕਦੇ। ਜਿਨ੍ਹਾਂ ਨੂੰ ਛੋਟੀ ਉਮਰੇ ਗੁਰੂ ਨਾਨਕ ਦੇਵ ਜੀ ਨੇ ਪੁੱਛ ਲਿਆ ਕਿ ਤੇਰਾ ਨਾਂ ਕੀ ਹੈ, ਉਹਨੇ ਆਖਿਆ ਜੀ ਬੂੜਾ। ਕਹਿੰਦੇ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਤੂੰ ਤੇ ਬੁੱਢਾ ਹੈ, ਬਜ਼ੁਰਗ ਹੈ। ਜਣੀ ਬਹੁਤ ਵੱਡੀ ਅਵਸਥਾ ਦੇ ਮਾਲਕ ਸਨ। ਭਾਈ ਸਧਾਰਨ ਜੀ ਵੀ ਕੋਈ ਨਾਮ ਹੀ ਉਹਨਾਂ ਦਾ ਸਧਾਰਨ ਹੈ, ਪਰ ਸਿੱਖੀ 'ਚੋਂ ਸਧਾਰਨ ਨਹੀਂ, ਬਹੁਤ ਖਾਸ ਨੇ। ਭਾਈ ਭਗੀਰਥ ਜੀ ਉਹ ਵੀ ਬਹੁਤ ਪਿਆਰ ਵਾਲੇ ਸਿੱਖ ਨੇ ਗੁਰੂ ਜੀ ਦੇ। ਐਡੀ ਐਡੀ ਇਹਨਾਂ ਦੀ ਅਵਸਥਾ ਸਿੱਖੀ ਦੇ ਮਾਨੋ ਕਿ ਕਹਿ ਲਓ ਕਿ ਚਮਕਦੇ ਸਿਤਾਰੇ ਆ ਸਿੱਖੀ ਦੇ ਮੰਡਲਾਂ ਦੇ ਵਿੱਚ। ਕਈ ਬੰਦੇ ਇੱਦਾਂ ਗੱਲਾਂ ਕਰ ਲੈਂਦੇ ਆ ਕਿ ਜੀ ਬਾਬਾ ਬੁੱਢਾ ਜੀ ਨੂੰ ਗੁਰਿਆਈ ਕਿਉਂ ਨਹੀਂ ਦਿੱਤੀ ਜਾਂ ਹੋਰ ਨੂੰ ਕਿਉਂ ਨਹੀਂ ਦਿੱਤੀ। ਇੱਕ ਗੱਲ ਸਮਝ ਲਓ, ਪਹਿਲਾਂ ਤਾਂ ਇਹ ਬੇਵਕੂਫੀ ਹੈ ਇਹ ਗੱਲ ਕਰਨੀ। ਤੁਸੀਂ ਕੌਣ ਹੁੰਦੇ ਹੋ ਜਾਂ ਅਸੀਂ ਕੌਣ ਹੁੰਦੇ ਹਾਂ ਇਹ ਗੱਲ ਕਹਿਣ ਵਾਲੇ, ਕਿਹਨੂੰ ਗੁਰਿਆਈ ਨਹੀਂ ਦਿੱਤੀ। ਇਹ ਗੁਰਿਆਈ ਤੁਹਾਡੀ ਜਾਂ ਮੇਰੀ ਮਲਕੀਅਤ ਹੈ, ਤੁਹਾਡੇ ਕਹਿਣ ਨਾਲ ਮਿਲ ਜਾਏਗੀ। ਤੇ ਕੀ ਤੁਹਾਡਾ ਮਤਲਬ ਇਹ ਹੈ ਗੁਰੂ ਨਾਨਕ ਦੇਵ ਸਾਹਿਬ ਵਿਤਕਰਾ ਕਰਦੇ ਹੋਣਗੇ? ਫਿਰ ਜੇ ਇਹੀ ਗੱਲ ਮੰਨ ਲਈਏ ਕਿ ਬਾਬਾ ਬੁੱਢਾ ਜੀ ਨੂੰ ਗੁਰਿਆਈ ਗੁਰੂ ਜੀ ਨੇ ਨਹੀਂ ਦਿੱਤੀ, ਐਡੀ ਵੱਡੀ ਅਵਸਥਾ ਵਾਲੇ ਸਨ, ਫਿਰ ਵਿਤਕਰਾ ਕਰ ਲਿਆ ਗੁਰੂ ਜੀ ਨੇ? ਨਹੀਂ ਭਾਈ, ਬਾਬਾ ਬੁੱਢਾ ਜੀ ਵਰਗਾ ਸਿੱਖ ਹੋਣਾ ਵੀ ਔਖਾ ਹੈ, ਪਰ ਜਿਹੜੀ ਗੁਰਿਆਈ ਹੈ ਇਹ ਕੋਈ ਆਖੇ ਘਾਲਣਾ ਨਾਲ, ਕੋਈ ਆਖੇ ਸੇਵਾ ਨਾਲ, ਕੋਈ ਆਖੇ ਜ਼ੋਰ ਨਾਲ, ਕੋਈ ਆਖੇ ਅਕਲ ਨਾਲ ਨਹੀਂ ਮਿਲਦੀ। ਇਹ ਨਾ, ਇਹ ਗੁਰਿਆਈ ਤੇ ਉਹ ਹੈ ਜਿਹੜੀ ਤੁਰਦਰਗਾਂ ਹੋਈ ਆਈ ਹੈ, ਜਿਹਨੂੰ ਮਿਲਣੀ ਆ ਉਹਨੂੰ ਇਹ ਮਿਲਣੀ। ਫਿਰ ਰਹੀ ਗੱਲ, ਬਾਬਾ ਬੁੱਢਾ ਜੀ ਬਹੁਤ ਉੱਚੇ ਹਨ, ਬੜੀ ਉੱਚੀ ਉਹਨਾਂ ਦੀ ਅਵਸਥਾ ਹੈ, ਪਰ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਇੱਕ ਦੂਜੇ ਦੇ ਨਾਲ ਅਸੀਂ ਪੜ੍ਹਾਉਣਾ ਹੀ ਹੈ ਕਿ ਗੁਰੂ ਅੰਗਦ ਦੇ ਭਾਈ ਲਹਿਣੇ ਦੇ ਬਰਾਬਰ ਉਹਨਾਂ ਨੂੰ ਖੜੇ ਕਰਨਾ। ਉਹ ਸਿੱਖ ਬਣ ਕੇ ਵੀ ਉਹਨਾਂ ਦੀ ਉੱਡੀ ਅਵਸਥਾ ਹੈ, ਬਹੁਤ ਉੱਚੇ ਹੈ। ਕਿੱਡੀ ਵੱਡੀ ਅਵਸਥਾ ਉਹਨਾਂ ਦੀ, ਔਰ ਕਿੰਨਾ ਸਤਿਕਾਰ ਗੁਰੂ ਘਰ 'ਚ ਮਿਲਿਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਮਹਿਲਾਂ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਲੈ ਕੇ ਬਾਬਾ ਬੁੱਢਾ ਜੀ ਕੋਲ ਗਏ, ਅਰਦਾਸ ਕੀਤੀ ਆਪਣੇ ਪੁੱਤਰ ਦੇ ਲਈ। ਕਿੱਡੀ ਵੱਡੀ ਉਹਨਾਂ ਦੀ ਕਹਿ ਲਓ ਕਿ ਸਤਿਕਾਰ ਹੈ ਕਿ ਜਿਹਨੂੰ ਵੀ ਗੁਰਿਆਈ ਦੇਣੀ ਉਹਨਾਂ ਦੇ ਹੱਥੋਂ ਗੁਰਿਆਈ ਦਾ ਤਿਲਕ ਦਬਾਉਣਾ। ਕਿੱਡਾ ਸਤਿਕਾਰ ਹੈ ਜਿਨ੍ਹਾਂ ਦੇ ਸਰੀਰ ਦੇ ਪਾਲਕੀ ਜਦੋਂ ਬਾਬਾ ਬੁੱਢਾ ਜੀ ਦੀ ਆਉਂਦੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਇੱਕ ਵਾਰ ਮੋਢਾ ਉਹਨਾਂ ਦੀ ਪਾਲਕੀ ਨੂੰ ਲਾ ਦਿੱਤਾ। ਕੋਈ ਛੋਟੀ ਗੱਲ ਹੈ, ਉਹਨਾਂ ਦੀ ਛੁਟਿਆਈ ਰਹਿ ਗਈ। ਪਰ ਕਈ ਗੱਲਾਂ ਕਈ ਜਣੇ ਜਾਣ ਬੁੱਝ ਕੇ ਛੇੜਦੇ, ਕਈ ਚਲੋ ਭੋਲੇ ਪਾਏ ਜਗਿਆਸਾ ਤਹਿਤ ਵੀ ਗੱਲ ਕਰ ਲੈਂਦੇ ਆ। ਉਹਨਾਂ ਜਗਿਆਸੂਆਂ ਦੇ ਲਈ ਅੱਜ ਦਾ ਪ੍ਰਸੰਗ ਬੜਾ ਲਾਭਦਾਇਕ ਹੋਏਗਾ ਕਿ ਜੋ ਭਾਈ ਲਹਿਣਾ ਜੀ ਜਿਸ ਰਮਜ ਨੂੰ ਸਮਝਦੇ ਆ, ਹਜੇ ਦੂਜੇ ਕੋਈ ਸਿੱਖ ਉਸ ਚੀਜ਼ 'ਤੇ ਉਸ ਨਿਸ਼ਾਨੇ 'ਤੇ ਨਹੀਂ ਪਹੁੰਚ ਸਕੇ। ਤਿੰਨਾਂ ਨੂੰ ਇਹ ਆਖਿਆ ਗੁਰੂ ਜੀ ਨੇ ਬਾਰ-ਬਾਰ, ਪਰ ਤਿੰਨਾਂ ਨੇ ਆਪਣੀ ਗੱਲ ਆਖੀ ਕਿ ਮਹਾਰਾਜ ਜੀ ਅੱਧੀ ਰਾਤ ਲੰਘ ਗਈ ਹੈ। ਤਿੰਨਾਂ ਨੂੰ ਪੁੱਛਣ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਆਖਿਆ, ਭਾਈ ਲਹਿਣਾ ਜੀ ਨੂੰ ਆਖਿਆ, ਲਹਿਣਿਆ ਗੁਰਮੁਖਾ ਤੂੰ ਵੀ ਜਾ ਕੇ ਦੇਖ ਰਾਤ ਕਿੰਨੀ ਕੁ ਲੰਘ ਗਈ ਤੇ ਕਿੰਨੀ ਕੁ ਬਾਕੀ ਹੈ। ਜਿੰਨੀ ਕੁ ਤੈਨੂੰ ਦਿਖੇ ਨਾ ਮੈਨੂੰ ਦੱਸ ਦੇਵੀਂ। ਭਾਈ ਲਹਿਣੇ ਨੇ ਕੋਈ ਦੇਰੀ ਨਾ ਲਾਈ,
ਛੇਤੀ ਦਿਨੇ ਬਾਹਰ ਨਿਕਲ ਗਏ। ਅਸਮਾਨ ਵੱਲ ਨੂੰ ਵੇਖਿਆ। ਪੁਰਾਣੇ ਟਾਈਮਾਂ ਵਿੱਚ ਬਜ਼ੁਰਗ ਤਾਰਿਆਂ ਨੂੰ ਵੇਖ ਕੇ ਟਾਈਮ ਦੇਖ ਲਿਆ ਕਰਦੇ, ਤਾਰਿਆਂ ਦੇ ਹਿਸਾਬ ਨਾਲ ਲਾ ਲਿਆ ਕਰਦੇ। ਪਰਛਾਵੇਂ ਨੂੰ ਵੇਖ ਲੈਂਦੇ ਕਿ ਕਿੱਥੇ ਕੁ ਪਰਛਾਵਾਂ ਜਾ ਰਿਹਾ ਹੈ, ਅਤੇ ਉਹ ਇੱਕ ਤਰੀਕਾ ਹੁੰਦਾ, ਉਹ ਘੜੀ ਹੁੰਦੀ ਹੈ ਜੋ ਪਰਛਾਵੇਂ ਦੇ ਹਿਸਾਬ ਨਾਲ ਦੱਸ ਦਿੰਦੀ ਹੈ ਕਿਹੜਾ ਟਾਈਮ ਹੈ। ਜੇ ਦੇਖਣਾ ਹੋਵੇ, ਜਦੋਂ ਦਰਬਾਰ ਸਾਹਿਬ ਜਾਂਦੇ ਨਾ, ਹਰਿਮੰਦਰ ਸਾਹਿਬ, ਸੱਚਖੰਡ ਸਾਹਿਬ, ਜਦੋਂ ਤੁਸੀਂ ਦਰਸ਼ਨੀ ਡਿਊਟੀ ਦੇ ਦਰਸ਼ਨ ਕਰਦੇ ਹੋ, ਅੰਦਰ ਜਾਂਦੇ ਹੋ, ਖੱਬੇ ਪਾਸੇ ਜਾਓਗੇ, ਉੱਥੇ ਨਾ ਦਰਬਾਰ ਸਾਹਿਬ ਦੇ ਬਿਲਕੁਲ ਇੱਕ ਪਿੱਲਰ ਦੇ ਉੱਤੇ ਘੜੀ ਲੱਗੀ ਹੋਈ ਹੈ, ਤਾਂਬੇ ਜੀ ਦੀ ਬਣੀ ਹੋਈ ਹੈ। ਕਈ ਬੰਦੇ ਸੋਚਦੇ ਆ ਵੀ ਕੀ ਹੈ ਇਹ, ਇੱਦਾਂ ਖੜੀ ਆ। ਉਹ ਨੁੱਕਰ ਜੀ ਅੱਗੇ ਉਹਦੇ ਇੱਦਾਂ ਟਿੱਕੇ ਜੇ ਬਣੇ, ਉਹ ਕਾਂਟੇ ਜੇ ਲੱਗੇ ਹੋਏ ਆ, ਟੱਕ ਜੇ ਬਣੇ ਹੋਏ ਆ, ਉਹ ਉਹੀ ਘੜੀ ਆ ਟਾਈਮ ਦੇਖਣ ਵਾਲੀ। ਪਰਛਾਵੇਂ ਤੋਂ ਹਿਸਾਬ ਲੱਗ ਜਾਂਦਾ ਵੀ ਕਿੰਨਾ ਟਾਈਮ ਹੋ ਗਿਆ। ਜਿੱਥੇ ਉਹਦਾ ਕਾਂਟੇ ਦੀ ਨਿਸ਼ਾਨੀ ਹੁੰਦੀ, ਉਸ ਹਿਸਾਬ ਨਾਲ ਟਾਈਮ ਦੇਖ ਲੈਂਦੇ। ਅਤੇ ਬਹੁਤ ਤਰੀਕੇ ਹੁੰਦੇ ਸਨ। ਅਤੇ ਬਾਬਾ ਲਹਿਣਾ ਜੀ ਨੇ ਵੀ ਜਾ ਕੇ ਬਾਹਰ ਵੇਖਿਆ, ਤਾਰਿਆਂ ਨੂੰ ਵੇਖਿਆ, ਆਪਣੇ ਪਰਛਾਵੇਂ ਨੂੰ ਵੇਖਿਆ ਹੈ। ਹਾਂ, ਉਹਨੇ ਵੇਖਿਆ ਕਿ ਰਾਤ ਤੇ ਅੱਧੀ ਹੀ ਹੈ। ਇਉਂ ਆ ਕੇ ਆਖਿਆ ਗੁਰੂ ਜੀ ਨੂੰ ਵੀ, ਆ ਕੇ ਤਾਰਿਆਂ ਦੇ ਹਿਸਾਬ ਨਾਲ ਦੇਖ ਕੇ ਵਾਪਸ ਆ ਗਏ। ਮਹਾਰਾਜ ਅੱਧੀ ਰਾਤ ਹੈ। ਗੁਰੂ ਜੀ ਕਹਿੰਦੇ ਭਾਈ ਲੈਣਿਆ ਚੰਗੀ ਤਰ੍ਹਾਂ ਵੇਖ, ਦੁਬਾਰਾ ਜਾ, ਸਹੀ ਤਰੀਕੇ ਵੇਖੀ। ਮਹਾਰਾਜ ਕਹਿੰਦੇ ਹਜੇ ਤੇ ਪਹਿਰ ਰਾਤ ਰਹਿੰਦੀ ਹੈ, ਅੱਧੀ ਰਾਤ ਨਹੀਂ ਹੈ। ਇਉਂ ਗੁਰੂ ਜੀ ਨੇ ਆਖਿਆ। ਇਹ ਜਿਹੜੀ ਮਹਿਮਾ ਪ੍ਰਕਾਸ਼ ਦੇ ਵਿੱਚ ਆਉਂਦੀ ਹੈ ਕਿ ਤਿੰਨੇ ਸਿੱਖਾਂ ਤੋਂ ਮਹਾਰਾਜ ਨੇ ਪੁੱਛਿਆ, ਭਾਈ ਭਗੀਰਥ ਤੋਂ, ਭਾਈ ਸਧਾਰਨ ਤੋਂ, ਬਾਬਾ ਬੁੱਢਾ ਜੀ ਤੋਂ, ਚੌਥੇ ਭਾਈ ਲਹਿਣਾ ਜੀ। ਇਹ ਗੁਰਪ੍ਰਤਾਪ ਵਿੱਚ ਇਕੱਲੇ ਬਾਬਾ ਬੁੱਢਾ ਜੀ ਦਾ ਆਉਂਦਾ ਹੈ ਕਿ ਬਾਬਾ ਬੁੱਢਾ ਜੀ ਤੋਂ ਪੁੱਛਿਆ, ਪਰ ਉਹ ਪੁਰਾਤਨ ਗ੍ਰੰਥ ਹੈ, ਇਹ ਤੋਂ ਵੀ ਇਸ ਕਰਕੇ ਆਪਾਂ ਤਿੰਨਾਂ ਸਿੱਖਾਂ ਦੀ ਗੱਲ ਕਰਾਂਗੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਚੌਥੇ ਭਾਈ ਲਹਿਣਾ ਜੀ ਨੂੰ ਆਖਿਆ, ਕਹਿੰਦੇ ਦੁਬਾਰਾ ਦੇਖ ਕੇ ਆ, ਸਮਾਂ ਕੀ ਹੋਇਆ ਹੈ। ਭਾਈ ਲਹਿਣਾ ਜੀ ਨੇ ਸੋਚਿਆ ਕਿ ਸਾਡੇ ਹਿਸਾਬ ਨਾਲ ਤੇ ਰਾਤ ਅੱਧੀ ਹੈ, ਪਰ ਗੁਰੂ ਜੀ ਪੁੱਛ ਰਹੇ ਹੈ, ਅਸੀਂ ਆਪਣੀ ਮੱਤ, ਆਪਣੀ ਅਕਲ, ਆਪਣੀ ਬੁੱਧੀ ਥੋੜ੍ਹਾ ਗੁਰੂ ਅੱਗੇ ਵਰਤਣੀ ਹੈ। ਗੁਰੂ ਜੀ ਜੇ ਪੁੱਛ ਰਹੇ ਹੈ, ਕੋਈ ਕਾਰਨ ਜ਼ਰੂਰ ਹੈ। ਸਿੱਖ ਤੇ ਉਹੀ ਹੈ ਜਿਹੜਾ ਆਪਣੀ ਮੱਤ, ਆਪਣੀ ਅਕਲ ਗੁਰੂ ਅੱਗੇ ਅਰਪਣ ਕਰਦਾ ਹੈ। ਬਾਣੀ 'ਚ ਲਿਖਿਆ, ਮਨ ਕੀ ਮੱਤ ਤਿਆਗੋ ਹਰਿ ਜਨ, ਇਹ ਹੈ ਬਾਤ ਕਠਿਨੀ। ਮਨ ਦੀ ਮੱਤ ਛੱਡਣੀ ਹੈ, ਇਹ ਕਠਿਨ ਕੰਮ ਹੈ, ਸੌਖਾ ਨਹੀਂ ਹੈ। ਪਰ ਫਿਰ ਵੀ ਭਾਈ ਲਹਿਣਾ ਜੀ ਨੇ ਮਨ ਵਿੱਚ ਸੋਚਿਆ ਹੈ ਕਿ ਯद्यपि ਭਾਵੇਂ ਕਿ ਜੋ ਗੱਲ ਮੈਨੂੰ ਦਿਖ ਰਹੀ ਆ ਉਹ ਇੱਦਾਂ ਹੀ ਲੱਗਦੀ, ਅੱਧੀ ਰਾਤ ਹੈ, ਪਰ ਗੁਰੂ ਜੀ ਜੋ ਕਹਿ ਰਹੇ ਉਹ ਗੱਲ ਕੁਝ ਹੋਰ ਜਾਪਦੀ ਹੈ। ਪਰ ਜੋ ਗੁਰੂ ਜੀ ਕਹਿ ਰਹੇ ਹਨ ਉਹ ਸਾਡੀ ਸਮਝ ਨਹੀਂ ਪੈ ਰਹੀ ਹੈ। ਤਾਂ ਸਾਧ ਸੰਗਤ ਜੀ ਇਉਂ ਵਿਚਾਰ ਕੇ ਭਾਈ ਲਹਿਣਾ ਜੀ ਵਾਪਸ ਆਏ ਅਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਏ ਅਤੇ ਕਹਿੰਦੇ, ਮਹਾਰਾਜ ਮੇਰੀਆਂ ਨਾ ਅੱਖਾਂ 'ਚ ਨੀਂਦ ਰੜਕਦੀ ਪਈ ਸੀ। ਮਹਾਰਾਜ ਮੇਰੇ ਨੇਤਰ ਨੀਂਦ ਨਾਲ ਭਰੇ ਹੋਏ ਹਨ। ਪਹਿਲਾਂ ਤਾਂ ਜੋ ਮੈਂ ਪਹਿਲਾਂ ਕਹਿ ਦਿੱਤਾ ਵੀ ਰਾਤ ਅੱਧੀ ਆ, ਉਹ ਮੈਨੂੰ ਮਾਫ਼ ਕਰ ਦਿਓ। ਮੈਨੂੰ ਪਤਾ ਹੀ ਨਹੀਂ ਲੱਗਦਾ, ਸਮੇਂ ਦਾ ਕੋਈ ਪਤਾ ਨਹੀਂ ਹੈ। ਗੁਰੂ ਜੀ ਗੱਲ ਇਹ ਹੈ, ਸੱਚੀ ਗੱਲ ਇਹ ਹੈ ਕਿ ਇੱਕ ਪਹਿਰੇ ਰਾਤ ਰਹਿ ਗਈ, ਅੱਧੀ ਨਹੀਂ ਹੋਈ ਹੈ। ਭਾਈ ਬੁੱਢਾ ਜੀ ਕਹਿੰਦੇ, ਮਹਾਰਾਜ ਕਹਿੰਦੇ ਕਿੰਨੀ ਕੁ ਰਾਤ ਲੰਘ ਗਈ ਅਤੇ ਕਿੰਨੀ ਕੁ ਬਾਕੀ ਹੈ। ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਰਾਤ ਦਿਨ ਸਭ ਤੁਹਾਡੇ ਹੱਥ ਹੈ, ਤੁਹਾਡੇ ਵੱਸ ਹੈ। ਦੇਖੋ ਗੁਰੂ ਜੀ ਨੂੰ ਕਾਲ ਦਾ ਵੀ ਮਾਲਕ ਸਮਝਦੇ ਸਿੱਖ। ਭਾਈ ਲਹਿਣਾ ਜੀ ਜਾਣਦੇ ਗੁਰੂ ਜੀ ਸਮੇਂ ਕਾਲ ਤੋਂ ਵੀ ਪਰੇ ਅਕਾਲ ਹਨ। ਜਿਹਦੇ ਹੱਥ ਵਿੱਚ ਕਾਲ ਹੋਵੇ ਉਹ ਹੈ
ਗੁਰੂ ਨਾਨਕ, ਜਿਹਨੂੰ ਦਸ਼ਮੇਸ਼ ਪਿਤਾ ਜੀ ਕਹਿੰਦੇ ਆ ਕਿ ਜਿਸ ਦੇ ਪ੍ਰਮਾਤਮਾ ਦੇ ਹੱਥ ਵਿੱਚ ਕਾਲ ਹੈ, ਜਿਹਦੇ ਹੱਥ ਵਿੱਚ ਸਭ ਕੁਝ ਹੈ, ਉਹ ਸਾਡਾ ਗੁਰੂ ਹੈ। ਲਿਖਦੇ ਨਾ ਚੌਪਈ ਸਾਹਿਬ ਦੇ ਵਿੱਚ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ जोगी शिव कियो, वेद राज ब्रह्मा जूथियो, जवन काल सब लोक सवारा, नमस्कार है ताहे हमारा। जवन काल सब जगत मनायो, देव दैत जशन उपजायो, आद अंत एक है अवतारा, सोई गुरु समझो हमारा। ये दशमेश पिता जी कहते हैं। पर यही आशा भाई लहणे दे हिरदे च टिकिया होया है। वो सोच रहे है किहड़ी रात किहड़ा दिन, ਇਹ ਤਾਂ ਸਾਡੀ ਨਜ਼ਰ 'ਚ ਹੈ। ਗੁਰੂ ਨਾਨਕ ਰਾਤ ਜਾਂ ਦਿਨ 'ਚ ਨਹੀਂ, ਦਿਨ ਅਤੇ ਰਾਤ ਗੁਰੂ ਦੇ ਹੁਕਮ ਵਿੱਚ ਹਨ। ਭਾਈ ਲਹਿਣੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਇਹ ਰਾਤ ਇਹ ਦਿਨ ਸਾਡੀ ਸਮਝੋਂ ਬਾਹਰ ਹੈ। ਰਾਤ ਓਨੀ ਕੁ ਹੀ ਬੀਤੀ ਹੈ ਜਿੰਨੀ ਤੁਸੀਂ ਬਿਤਾ ਦਿੱਤੀ, ਅਤੇ ਓਨੀ ਬਾਕੀ ਹੈ ਜਿੰਨੀ ਤੁਸੀਂ ਰੱਖੀ ਹੈ। ਤੁਸੀਂ ਚਾਹੋ ਅੱਧੀ ਰਾਤ ਨੂੰ ਵੀ ਸੂਰਜ ਚਾੜ੍ਹਦੇ ਹੋ, ਖੜਾ ਕਰਦੇ ਹੋ, ਅਤੇ ਤੁਸੀਂ ਚਾਹੋ ਤੇ ਤਪਦੀ ਦੁਪਹਿਰ ਵਿੱਚ ਵੀ ਹਨੇਰਾ ਲਿਆ ਸਕਦੇ ਹੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਦਿਨ ਅਤੇ ਰਾਤ ਤੁਹਾਡੇ ਵੱਸ ਨੇ। ਇਹ ਦਿਨ ਰਾਤ ਸਮਾਂ ਸਾਡੇ ਵਰਗੇ ਪੁਰਖਾਂ 'ਤੇ ਲਾਗੂ ਹੈ। ਹੇ ਪਰਮ ਪੁਰਖ ਪਰਮਾਤਮਾ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ, ਬਾਕੀ ਸਭ ਕੁਝ ਤੁਹਾਡੇ ਵੱਸ ਹੈ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਭਾਈ ਲਹਿਣਾ ਜੀ ਨੇ ਵਚਨ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ, ਜਿੰਨੀ ਬੀਤੀ ਜਿੰਨੀ ਰਹਿ ਗਈ ਮੈਨੂੰ ਸਮਝ ਨਹੀਂ ਆਉਂਦੀ, ਸਭ ਤੁਹਾਡੇ ਵੱਸ ਹੈ ਜੀ। ਮਹਾਰਾਜ ਰਾਤ ਦੇ ਕੀ ਵੱਸ ਹੈ? ਜਿੰਨੀ ਕੁ ਤੁਸੀਂ ਰੱਖੀ ਆ ਉਨੀ ਓ ਰਹੀ ਆ। ਤੁਸੀਂ ਚਾਹੋ ਤੇ ਇਸੇ ਅੱਧੀ ਰਾਤ ਨੂੰ 4 ਯੁੱਗਾਂ ਦੀ ਕਰ ਲਓ, ਤੁਸੀਂ ਚਾਹੋ ਅੱਧੀ ਰਾਤ ਨੂੰ 1 ਸਕਿੰਟ 'ਚ ਮੁਕਾ ਦਿਓ। ਤੁਹਾਡੇ ਵੱਸ ਹੈ ਸਭ ਕੁਝ। ਆਹਾ ਹਾ ਹਾ। ਹੇ ਮਹਾਰਾਜ, ਤੁਸੀਂ ਸਮੇਂ 'ਚ ਨਹੀਂ, ਸਮੇਂ ਨੂੰ ਤੁਸੀਂ ਕਰਨ ਵਾਲੇ ਹੋ। ਆਪ ਅਕਾਲ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਅਕਾਲ ਰੂਪ ਹੋ। ਭਾਈ ਗੁਰਦਾਸ ਜੀ ਨੇ ਵੀ ਆਖਿਆ ਇੱਕ ਬਾਬਾ ਅਕਾਲ ਰੂਪ। ਭਾਈ ਲਹਿਣਾ ਜੀ ਵੀ ਕਹਿੰਦੇ ਹੈ, ਕਹਿੰਦੇ ਮਹਾਰਾਜ ਤੁਸੀਂ ਕਾਲ ਦੇ ਵੀ ਕਰਨ ਵਾਲੇ ਹੋ, ਸਮੇਂ ਦੇ। ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਹੋਵੇ, ਮੈਨੂੰ ਮਾਫ ਕਰ ਦਿਓ। ਮਹਾਰਾਜ ਮੈਂ ਔਗਣਿਆਰਾ ਹਾਂ, ਮੈਨੂੰ ਬਖਸ਼ ਲਓ ਜੀ। ਮੈਨੂੰ ਮਾਫ ਕਰ ਦਿਓ, ਮੈਨੂੰ ਨਹੀਂ ਸਮਝ ਆਉਂਦੀ ਸਮੇਂ ਦੀ, ਤਾਰਿਆਂ ਦੀ, ਮੇਰੀ ਸਮਝੋਂ ਬਾਹਰ ਹੈ ਸਭ ਕੁਝ। ਮਹਾਰਾਜ ਮੈਨੂੰ ਮਾਫ ਕਰੋ, ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰ ਇਹ ਕਹਿ ਬੈਠਾ ਵੀ ਅੱਧੀ ਰਾਤ ਲੰਘ ਗਈ ਨਾ। ਇਹ ਤਾਂ ਸਾਡੇ ਲਈ ਦਿਨ ਰਾਤ ਹੈ। ਤੁਸੀਂ ਦਿਨ ਅਤੇ ਰਾਤ ਉਹ ਤੋਂ ਪਰੇ ਹੋ, ਜਿਹਨੂੰ ਬਾਣੀ 'ਚ ਭਗਤ ਕਬੀਰ ਕਹਿੰਦੇ, ਦਿਨ ਸਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰਾ। ਕਹੇ ਕਬੀਰ ਨਰ ਤਿਸੈ ਧਿਆਵੋ, ਬਾਵਰਿਆ ਸੰਸਾਰਾ। ਨਾ ਉੱਥੇ ਦਿਨ ਹੈ ਨਾ ਰਾਤ ਹੈ, ਉਹ ਦਿਨ ਰਾਤ ਤੋਂ ਵੀ ਪਰੇ ਹੈ। ਭਾਈ ਲਹਿਣਾ ਜੀ ਜਾਣਦੇ ਹੈ ਕਿ ਉਹ ਨਿਰੰਕਾਰ ਰੂਪ ਗੁਰੂ ਨਾਨਕ ਹੈ। ਐਡੀ ਵੱਡੀ ਗੁਰੂ ਮਹਾਰਾਜ ਜੀ ਦੇ ਪ੍ਰਤੀ ਆਸਥਾ, ਪ੍ਰੇਮ, ਸਿਦਕ, ਭਰੋਸਾ, ਉਸ ਚੀਜ਼ ਨੂੰ ਜਾਣਨਾ, ਇਹ ਲਹਿਣਾ ਜੀ ਦਾ ਬਹੁਤ ਵੱਡਾ ਵੱਡਪਣ ਹੈ। ਤਿੰਨੇ ਸਿੱਖ ਵੀ ਵੇਖ ਰਹੇ ਆ ਭਾਈ ਲਹਿਣਾ ਜੀ ਦੀ ਇਸ ਗੱਲ ਨੂੰ। ਤਿੰਨਾਂ ਨੇ ਸੁਣਿਆ, ਬਾਬਾ ਬੁੱਢਾ ਜੀ ਨੇ ਵੀ, ਭਾਈ ਭਗੀਰਥ ਜੀ ਨੇ ਵੀ, ਭਾਈ ਸਧਾਰਨ ਜੀ ਨੇ ਵੀ, ਸਭ ਕੁਝ ਸੁਣ ਲਿਆ ਔਰ ਆਪਣੇ ਮਨ 'ਚ ਵੀ ਜਾਣ ਲਿਆ ਕਿ ਕੀ ਫਰਕ ਹੈ ਭਾਈ ਲਹਿਣੇ 'ਚ ਤੇ ਸਾਡੇ 'ਚ। ਸੁਣ ਕੇ ਗੁਰੂ ਨਾਨਕ ਦੇਵ ਜੀ ਬੋਲੇ, ਗੁਰੂ ਨਾਨਕ ਦੇਵ ਮਹਾਰਾਜ ਇੰਨੇ ਖੁਸ਼ ਹੋਏ ਅਤੇ ਜਾਣ ਲਿਆ ਕਿ ਇਹ ਸੇਵਕ ਸਭ ਤੋਂ ਜ਼ਿਆਦਾ ਸਿਆਣਾ, ਸਮਝਦਾਰ, ਵਿਸ਼ਾਲ ਹੈ। ਇਹਦੇ ਹਿਰਦੇ ਦੇ ਅੰਦਰ ਸਾਡਾ ਅਸਲੀ ਰੂਪ ਟਿਕ ਗਿਆ ਹੈ।
ਤੇ ਮਹਾਰਾਜ ਜਾਣ ਗਏ ਕਸਵੱਟੀਆਂ ਤੇ ਵੀ ਸਾਰੀਆਂ ਤੇ ਪੂਰਾ ਉਤਰ ਆਇਆ ਹੈ ਸਾਡਾ ਸੇਵਕ। ਜਿਵੇਂ ਸੋਨਾ ਹੁੰਦਾ ਨਾ 12 ਬੰਨੀ ਦਾ 12 ਅੱਗਾਂ ਸਹਿੰਦਾ ਜਿਹੜਾ, ਫਿਰ ਉਹਨੂੰ 12 ਬੰਨੀ ਦਾ ਕਹਿੰਦੇ ਆ, ਸ਼ੁੱਧ ਹੁੰਦਾ ਉਹ ਕੰਚਨ। ਮਹਾਰਾਜ ਨੇ ਸਾਰੇ ਤਰੀਕਿਆਂ ਨਾਲ ਆਪਣੇ ਸੇਵਕ ਨੂੰ ਪਰਖ ਲਿਆ ਹੈ ਤੇ ਮਹਾਰਾਜ ਨੇ ਜਾਣ ਲਿਆ ਕਿ ਇਹਦੇ ਵਿੱਚ ਹੁਣ ਕੋਈ ਕਮੀ ਨਹੀਂ ਰਹੀ ਹੈ। ਸਾਰਿਆਂ ਦੇ ਵਿੱਚ ਪ੍ਰਗਟ ਹੋ ਗਏ, ਸਭ ਨੂੰ ਪਤਾ ਲੱਗ ਗਿਆ ਭਾਈ ਲਹਿਣੇ ਦਾ ਔਰ ਹੋਰ ਦੂਜੇ ਸਾਰਿਆਂ ਦਾ ਕੀ ਫਰਕ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖ ਲਿਆ ਕਿ ਜੋ ਪਰਮਾਤਮਾ ਵਾਹਿਗੁਰੂ ਦਾ ਖਜ਼ਾਨਾ ਹੈ, ਜੋ ਅਕਾਲ ਪੁਰਖ ਦੇ ਦਰੋਂ ਗੁਰੂ ਨਾਨਕ ਨੂੰ ਮਿਲਿਆ ਹੈ, ਜੋ ਬਾਬੇ ਨਾਨਕ ਨੂੰ ਗੁਰੂ ਪਰਮਾਤਮਾ ਨੇ ਜੋ ਖਜ਼ਾਨਾ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਜਿਹੜਾ ਇਹ ਖਜ਼ਾਨਾ ਗੁਰੂ ਨਾਨਕ ਦੇ ਪਾਸ ਸਭ ਕੁਝ ਹੈ। ਮਹਾਰਾਜ ਨੇ ਜਾਣ ਲਿਆ ਹੁਣ ਇਹ ਸੇਵਕ ਉਸ ਖਜ਼ਾਨੇ ਨੂੰ ਲੈਣ ਦਾ ਅਧਿਕਾਰੀ ਹੋ ਗਿਆ ਹੈ। ਹੁਣ ਇਹ ਖਜ਼ਾਨਾ ਇਸ ਸੇਵਕ ਨੂੰ ਦੇ ਦਈਏ। ਜੀ ਤੇ ਪ੍ਰਸੀਦ ਦੇ ਖੁਸ਼ ਹੁੰਦੇ ਮਹਾਰਾਜ, ਉਹਨੂੰ ਆਪਣੇ ਖਜ਼ਾਨੇ ਦਾ ਮਾਲਕ ਬਣਾ ਲੈਂਦੇ ਆ। ਅੱਜ ਵੀ ਕੋਈ ਸੇਵਾ ਕਰੇ ਉਹਨੂੰ ਖਜ਼ਾਨਾ ਦੇ ਦਿੰਦੇ, ਕੋਈ ਥੋੜ੍ਹਾ ਕੋਈ ਬਹੁਤਾ, ਜਿੰਨੀ ਕੁ ਸੇਵਾ ਦਾ ਮਾਲਕ ਹੁੰਦਾ ਉਨਾ ਕੁ ਖਜ਼ਾਨਾ ਉਹਨੂੰ ਮਹਾਰਾਜ ਦੇ ਦਿੰਦੇ ਹਨ। ਮਹਾਰਾਜ ਬੜੇ ਖੁਸ਼ ਹੋਏ, ਭਾਈ ਲਹਿਣੇ ਉੱਤੇ ਬਹੁਤ ਕਿਰਪਾ ਕੀਤੀ, ਪ੍ਰਸੰਨ ਹੋ ਗਏ ਹਨ। ਮਹਾਰਾਜ ਜੀ ਦੇ ਮਨ ਵਿੱਚ ਆਈ ਹੁਣ ਇਹਨਾਂ ਨੂੰ ਗੁਰਿਆਈ ਦਾ ਤਖਤ ਦੇ ਦਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਿਆ ਪਲਟੋਂ ਵੇਖ, ਹੁਣ ਆਪਣਾ ਜਾਮਾ ਬਦਲ ਲਈਏ। ਸਿਰਫ ਬਾਹਰਲਾ ਸਰੂਪ, ਗੁਰੂ ਨਾਨਕ ਕਿਤੇ ਨਹੀਂ ਗਏ। ਗੁਰੂ ਨਾਨਕ ਨੇ ਸਿਰਫ ਆਪਣਾ ਪਹਿਰਾਵਾ ਬਦਲਿਆ, ਆਪਣੀ ਪੋਸ਼ਾਕ ਬਦਲੀ ਹੈ। ਜਿਵੇਂ ਇੱਕ ਰਾਜਾ ਇੱਕ ਦਿਨ ਮਹਿਲ ਵਿੱਚ ਬਹਿੰਦਾ, ਤਖਤ 'ਤੇ ਬਹਿੰਦਾ, ਦੂਜੇ ਦਿਨ ਫਿਰ ਉਹੀ ਰਾਜਾ ਆਉਂਦਾ, ਸਿਰਫ ਪੋਸ਼ਾਕ ਬਦਲਦਾ ਬਾਹਰਲੀ। ਉਸੇ ਤਖਤ 'ਤੇ ਰਾਜਾ ਉਹੀ ਬਹਿੰਦਾ, ਸਿਰਫ ਬਾਹਰੀ ਪੋਸ਼ਾਕ ਬਦਲਦਾ। ਅਤੇ ਸਾਡੇ ਇਤਿਹਾਸ ਨੇ ਆਖਿਆ ਜਿਉਂ ਅਧਪਤ ਇੱਕ ਪੋਸ਼ਿਸ਼ ਤਜਕੈ, ਬੈਠੇ ਦੁਤੀਆ ਸਭਾ ਤਨ ਸਜਕੈ। ਜਿਵੇਂ ਇੱਕ ਰਾਜਾ ਪੋਸ਼ਾਕ ਬਦਲ ਕੇ ਦੂਜੀ ਪੋਸ਼ਾਕ ਪਹਿਨ ਕੇ ਤਖਤ 'ਤੇ ਬਹਿੰਦਾ ਹੈ, ਇਉਂ ਗੁਰੂ ਨਾਨਕ ਨੇ ਆਪਣਾ ਬਾਹਰਲਾ ਸਰੀਰਕ ਜਾਮਾ ਬਦਲਿਆ, ਅੰਦਰੋਂ ਤੇ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਮਨ ਵਿੱਚ ਵਿਚਾਰਿਆ ਹੈ ਕਿ ਸਰੀਰਕ ਜਾਮਾ ਬਦਲ ਲਿਆ ਜਾਏ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਸਾਗਰ ਪਰਿਪੂਰਨ, ਨਾਸ਼ ਤੋਂ ਰਹਿਤ, ਜਿਹੜੇ ਗੁਰੂ ਜੀ ਸੇਵਕਾਂ ਦੇ ਜਮ ਦੀਆਂ ਫਾਹੀਆਂ ਕੱਟਣ ਵਾਲੇ ਹਨ। ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰਾਗ ਨਹੀਂ, ਦੁਆਇਸ਼ ਨਹੀਂ, ਦੁੱਖ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਅਕਾਲ ਸਰੂਪ ਹਨ, ਜੋ ਪਰਮੇਸ਼ਰ ਦਾ ਹੀ ਰੂਪ ਹਨ। ਜਿਹਦੀ ਕੋਈ ਜਾਤ ਨਹੀਂ, ਮਾਂ ਨਹੀਂ, ਪਿਓ ਨਹੀਂ, ਭੈਣ ਨਹੀਂ, ਭਰਾ ਨਹੀਂ, ਜਿਹਨੂੰ ਵੇਦ ਵੀ ਅਨੰਤ ਕਹਿੰਦੇ ਹਨ, ਉਹ ਰੂਪ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਜੀ। ਉਹ ਕਰਤਾਰ ਰੂਪ, ਉਹ ਨਿਰਗੁਣ ਰੂਪ, ਜੋ ਸਰਗੁਣ ਰੂਪ
बड़ा सुंदर रूप है ना जी। ਉਹ ਸੋਹਣਾ ਸੁੰਦਰ ਸਰੂਪ ਭਾਈ ਲਹਿਣਾ ਜੀ ਨੇ ਆਪਣੇ ਹਿਰਦੇ ਵਿੱਚ ਟਿਕਾ ਲਿਆ ਹੈ ਤੇ ਦੇਹ ਤੋਂ ਵਿਦੇਹ ਹੋ ਗਿਆ, ਭਾਵ ਸਰੀਰ ਤੋਂ ਪਰੇ ਚਲਾ ਗਿਆ। ਭਾਈ ਲਹਿਣਾ ਹਿਰਦੇ ਦੀ ਸ਼ੁੱਧ ਸੀ ਜਿਹੜੀ, ਸਰੀਰ ਦੀ ਭੁੱਲ ਗਈ ਹੈ। ਉਹਨੇ ਬੜਾ ਸੁਖ ਪ੍ਰਾਪਤ ਕੀਤਾ ਭਾਈ ਲਹਿਣਾ ਜੀ ਨੇ। ਤੇ ਸਾਧ ਸੰਗਤ ਜੀ ਧਿਆਨ ਦੇ ਵਿੱਚ ਟਿਕ ਕੇ ਭਾਈ ਲਹਿਣਾ ਜੀ ਨਿਮਗਨ ਹੋ ਕੇ ਬੈਠ ਗਏ ਹਨ। ਇੱਕ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਦੀ ਲਿਵ ਭਾਈ ਲਹਿਣਾ ਜੀ ਦੇ ਅੰਦਰ ਲੱਗੀ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਉਧਰੋਂ ਪ੍ਰੇਮ ਦੀ ਡੋਰੀ 'ਚ ਬੱਝੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਭਾਈ ਲਹਿਣਾ ਜੀ ਬਾਹਰ ਚੌਂਕੜਾ ਮਾਰੀ ਬੈਠੇ ਆ, ਉਹਨਾਂ ਦਾ ਧਿਆਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ 'ਚ ਟਿਕ ਗਿਆ। ਗੁਰੂ ਨਾਨਕ ਦੇਵ ਜੀ ਰਾਵੀ ਦਰਿਆ ਵਿੱਚ ਬੈਠੇ ਆ ਅੰਦਰ। ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖਿਆ ਕਿ ਸੇਵਕ ਦੀ ਸੁਰਤ ਸਾਡੇ ਹਿਰਦੇ ਨਾਲ ਜੁੜ ਗਈ ਹੈ, ਚਰਨਾਂ ਨਾਲ ਜੁੜ ਗਈ ਹੈ। ਮਹਾਰਾਜ ਜੀ ਦਰਿਆ ਦੇ ਵਿੱਚੋਂ ਆਪ ਜੀ ਬਾਹਰ ਨਿਕਲ ਆਏ ਹਨ। ਬਾਹਰ ਨਿਕਲੇ ਕਿਨਾਰੇ ਤੇ ਵੇਖਿਆ ਭਾਈ ਲਹਿਣਾ ਜੀ ਚੌਂਕੜਾ ਮਾਰੀ ਬੈਠੇ ਹਨ। ਵੇਖਿਆ ਭਾਈ ਲਹਿਣਾ ਜੀ ਨੂੰ ਇਸ ਵੇਲੇ ਆਪਣੇ ਸਰੀਰ ਦੀ ਸ਼ੁੱਧ ਬੁੱਧ ਭੁੱਲੀ ਹੋਈ ਹੈ, ਆਪਣੇ ਸਰੀਰ ਤੋਂ ਪਰੇ ਹਨ, ਗਿਆਨ ਇੰਦਰੀਆਂ ਤੋਂ, ਕਰਮ ਇੰਦਰੀਆਂ ਤੋਂ, ਨੌ ਦੁਆਰਿਆਂ ਤੋਂ ਪਰੇ। ਸੁਰਤੀ ਦੇ ਉੱਤੇ ਹੁਣ ਕੰਮ ਹੈ ਇਹਨਾਂ ਦਾ, ਸੁਰਤ ਇਹਨਾਂ ਦੀ ਟਿਕੀ ਹੋਈ ਹੈ। ਤੇ ਮਹਾਰਾਜ ਜੀ ਦੇ ਬਾਹਰ ਖੜੇ ਸਰੂਪ ਗੁਰੂ ਨਾਨਕ ਦੇਵ ਹੈ ਉਹ ਓਲੇ ਕਰ ਲਿਆ। ਬਾਹਰਲਾ ਸਰੀਰ ਬਾਹਰ ਖੜਾ ਹੈ। ਭਾਈ ਲਹਿਣਾ ਜੀ ਨੇ ਬਾਹਰ ਧਿਆਨ ਹੀ ਨਹੀਂ ਦਿੱਤਾ, ਅੰਦਰ ਵੀ ਗੁਰੂ ਨਾਨਕ ਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਧਿਆਨ ਰੱਖਿਆ ਹੋਇਆ ਭਾਈ ਲਹਿਣੇ ਨੇ। ਗੁਰੂ ਨਾਨਕ ਜੀ ਬਾਹਰ ਆ ਕੇ ਖੜ ਗਏ, ਭਾਈ ਲਹਿਣਾ ਜੀ ਹੁਣ ਗੁਰੂ ਨਾਨਕ ਦੇ ਅੰਦਰਲੇ ਸਰੂਪ ਨਾਲ ਜੁੜ ਗਏ। ਕਿੱਡੀ ਵੱਡੀ ਗੱਲ ਹੈ। ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖਿਆ ਕਿ ਸੇਵਕ ਅੰਦਰ ਜੁੜ ਗਿਆ, ਬਾਹਰ ਦੀ ਇਹਨੂੰ ਖਬਰ ਨਹੀਂ। ਖੇਡ ਵਰਤਾਈ, ਬਾਹਰ ਆ ਕੇ ਆਪਣਾ ਜਿਹੜਾ ਅੰਦਰ ਹਿਰਦੇ 'ਚ ਸਰੂਪ ਸੀ ਭਾਈ ਲਹਿਣੇ ਦੇ ਟਿਕਿਆ ਹੋਇਆ, ਮਹਾਰਾਜ ਨੇ ਉਹ ਸਾਹਮਣੇ ਅਲੋਪ ਕਰ ਦਿੱਤਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜਣੀ ਧਿਆਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇਖ ਰਹੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ਮਈ ਸਰੂਪ ਜਦੋਂ ਦੇਖਿਆ, ਇੱਕਦਮ ਅੰਦਰ ਸਭ ਕੁਝ ਗਾਇਬ ਹੋ ਗਿਆ। ਇੱਕਦਮ ਜਿਵੇਂ ਸਾਧ ਸੰਗ ਜੀ ਅੰਦਰੋਂ ਕੁਝ ਤਾਰ ਟੁੱਟ ਗਈ ਹੋਵੇ, ਲਿਵ ਟੁੱਟ ਗਈ, ਅੱਖਾਂ ਖੁੱਲੀਆਂ ਇੱਕਦਮ ਛੇਤੀ ਹੀ। ਇੱਕਦਮ ਸਤਿਕਾਰ ਨਾਲ ਜਦੋਂ ਵੇਖਿਆ ਨਾ ਤੇ ਸਾਧ ਸੰਗਤ ਜੀ ਬਾਹਰ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਖੜੇ। ਜਿਸ ਸਰੂਪ ਦਾ ਅੰਦਰ ਧਿਆਨ ਰੱਖਿਆ ਉਹੀ ਸਰੂਪ ਗੁਰੂ ਨਾਨਕ ਦੇਵ ਜੀ ਦਾ ਬਾਹਰ ਖੜਾ ਹੈ। ਭਾਈ ਲਹਿਣਾ ਜੀ ਨੇ ਹੱਥ ਜੋੜ ਲਏ, ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪ੍ਰਣਾਮ ਕੀਤਾ, ਮੱਥਾ ਟੇਕਿਆ। ਗੁਰੂ ਨਾਨਕ ਦੇਵ ਮਹਾਰਾਜ ਆਪਣੇ ਨਾਲ ਲੈ ਗਏ ਭਾਈ ਲਹਿਣਾ ਜੀ ਨੂੰ। ਉਦੋਂ ਸਾਧ ਸੰਗਤ ਜੀ ਬਸ ਲੈ ਕੇ ਨਾ ਆਪਣੇ ਨਾਲ ਬਾਂਹ ਫੜੀ
ਭਾਈ ਲੈਣੇ ਚੱਲ। ਆਪਣੇ ਨਾਲ ਲੈ ਗਏ ਧਰਮਸ਼ਾਲਾ ਵਿੱਚ। ਜਿਹੜੇ ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਐਸੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਧ ਸੰਗਤ ਉਸ ਵੇਲੇ ਭਾਈ ਲੈਣੇ ਨੂੰ ਬਿਠਾਇਆ। ਸਾਰੀ ਸੰਗਤ ਨੂੰ ਆਵਾਜ਼ ਮਾਰੀ, ਭਾਈ ਸੰਗਤ ਇੱਥੇ ਆਓ ਇਕੱਠੇ ਹੋ ਕੇ। ਆਪਣੇ ਪਰਿਵਾਰ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਬੱਚਿਆਂ ਨੂੰ ਵੀ ਕੋਲ ਬੁਲਾ ਲਿਆ ਗੁਰੂ ਨਾਨਕ ਦੇਵ ਜੀ ਨੇ। ਉਸ ਵੇਲੇ ਗੁਰੂ ਨਾਨਕ ਦੇਵ ਨੇ ਸਾਰਿਆਂ ਨੂੰ ਆਵਾਜ਼ ਮਾਰ ਕੇ ਆਖਿਆ। ਕੀ ਕਹਿਣ ਲੱਗੇ ਸੁਣੋ। ਮਹਾਰਾਜ ਨੇ ਭਾਈ ਲੈਣੇ ਜੀ ਵੱਲ ਬੜੀ ਪ੍ਰੇਮ ਭਰੀ ਦ੍ਰਿਸ਼ਟੀ ਨਾਲ ਤੱਕਿਆ, ਬੜੀ ਕਰੁਣਾਮਈ ਦ੍ਰਿਸ਼ਟੀ ਨਾਲ ਉਹਨਾਂ ਵੱਲ ਤੱਕਿਆ ਹੈ। ਸਾਰਿਆਂ ਨੂੰ ਕਹਿੰਦੇ ਦੇਖੋ ਮੈਂ ਜੋ ਕਰ ਰਿਹਾ। ਗੁਰੂ ਨਾਨਕ ਦੇਵ ਜੀ ਨੇ 5 ਪੈਸੇ ਲਏ, ਇੱਕ ਨਾਰੀਅਲ ਲੈ ਲਿਆ। ਭਾਈ ਲੈਣੇ ਨੂੰ ਗੱਦੀ ਤੇ ਬਿਠਾ ਕੇ ਗੁਰੂ ਨਾਨਕ ਨੇ 3 ਪ੍ਰਦਖਣਾ 3 ਪ੍ਰਕਰਮਾਂ ਭਾਈ ਲੈਣੇ ਦੀਆਂ ਕਰ ਦਿੱਤੀਆਂ। 5 ਪੈਸੇ ਨਾਰੀਅਲ ਭਾਈ ਲੈਣੇ ਦੇ ਅੱਗੇ ਰੱਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਕੁੱਲ ਦੁਨੀਆ ਨੇ ਆਉਂਦੀ ਹੈ। ਜਿਸ ਗੁਰੂ ਦੇ ਅੱਗੇ ਕੁੱਲ ਦੁਨੀਆ ਝੁਕਦੀ, ਸਤਿਗੁਰੂ ਗੁਰੂ ਨਾਨਕ ਦੇਵ ਨੇ ਹੱਥ ਜੋੜ ਕੇ ਭਾਈ ਲੈਣੇ ਨੂੰ ਮੱਥਾ ਟੇਕ ਦਿੱਤਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੇ ਕਮਾਲ ਹੋ ਗਈ, ਹੈਰਾਨੀ ਵਾਲੀ ਗੱਲ ਹੋ ਗਈ। ਕਦੇ ਅੱਜ ਤੱਕ ਐਸਾ ਨਹੀਂ ਹੋਇਆ ਕਿ ਗੁਰੂ ਨੇ ਕਦੇ ਕਿਸੇ ਸ਼ਿਸ਼ ਨੂੰ ਮੱਥਾ ਟੇਕਿਆ ਹੋਵੇ, ਪਰ ਦੁਨੀਆ ਦੇ ਵਿੱਚ ਅਨੋਖੀ ਗੱਲ ਹੋ ਗਈ ਹੈ। ਭਾਈ ਲੈਣਾ ਜੀ ਇੱਕਦਮ ਦੇਖ ਕੇ ਡਰ ਗਏ, ਹੈਰਾਨ ਰਹਿ ਗਏ। ਇੱਕਦਮ ਜਿਹੜੇ ਗੁਰੂ ਨਾਨਕ ਅੱਗੇ ਝੁਕਦੇ ਸਨ ਭਾਈ ਲੈਣਾ ਜੀ, ਉਹਨਾਂ ਦੇਖਿਆ ਮੇਰੀ ਪ੍ਰਕਰਮਾ ਕੀਤੀ ਗੁਰੂ ਜੀ ਨੇ, ਮੈਨੂੰ ਮੱਥਾ ਟੇਕ ਦਿੱਤਾ। ਇੱਕਦਮ ਡਰ ਗਏ ਹਨ। ਹਿਰਦੇ ਵਿੱਚ ਬਹੁਤ ਪਿਆਰ ਹੈ ਗੁਰੂ ਦੇ ਪ੍ਰਤੀ ਭਾਈ ਲੈਣਾ ਜੀ ਦੇ, ਔਰ ਉਹ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਸਮਝਦੇ ਮੈਂ ਬਹੁਤ ਨਿਮਾਣਾ ਹਾਂ, ਮੇਰਾ ਸਤਿਗੁਰੂ ਬਹੁਤ ਉੱਚਾ ਹੈ। ਉਸ ਵੇਲੇ ਭਾਈ ਲੈਣਾ ਜੀ ਨੇ ਵਚਨ ਕੀਤਾ, ਹੇ ਸਤਿਗੁਰੂ ਗੁਰੂ ਨਾਨਕ ਮਹਾਰਾਜ, ਆਪ ਤੇ ਕਰਤਾਰ ਰੂਪ ਹੋ, ਆਪ ਤੇ ਪ੍ਰਮਾਤਮਾ ਹੋ, ਆਪ ਤੇ ਬਿਲਕੁਲ ਆਲਮੀ ਕੁੱਲ ਦੁਨੀਆ ਦੇ ਮਾਲਕ ਹੋ, ਸਭ ਦੇ ਸਿਰਤਾਜ ਹੋ। ਸਤਿਗੁਰੂ ਜੀਓ ਪਰਮ ਪਰਮੇਸ਼ਵਰ, ਹੇ ਪ੍ਰਮਾਤਮਾ ਰੂਪ ਗੁਰੂ ਨਾਨਕ, ਹੇ ਮਹਾਰਾਜ, ਤੁਸੀਂ ਤਾਂ ਖੁਦ ਅਕਾਲ ਪੁਰਖ ਹੋ। ਮਹਾਰਾਜ ਤੁਸੀਂ ਇਸ ਮੇਰੇ ਨਿਮਾਣੇ ਦੇ ਸਰੀਰ ਨੂੰ ਸਿਰ ਨਵਾ ਦਿੱਤਾ। ਹੇ ਮਹਾਰਾਜ ਮੇਰੇ ਅੱਗੇ ਤੁਸੀਂ ਝੁਕ ਗਏ ਕਿਉਂ? ਮਹਾਰਾਜ ਮੇਰੇ ਤੋਂ ਕੋਈ ਗਲਤੀ ਹੋ ਗਈ, ਮੇਰੇ ਤੇ ਕੋਈ ਦੁੱਖ ਆਉਣ ਵਾਲਾ, ਕੀ ਗੱਲ ਹੋ ਗਈ? ਮੇਰੇ ਲਈ ਇਹ ਝੱਲੀ ਨਹੀਂ ਜਾ ਸਕਦੀ, ਇਹ ਗੱਲ ਅਸਹਿ ਹੈ। ਪਹਿਲੀ ਵਾਰ ਹੋਈ ਨਾ ਇਹ ਗੱਲ, ਇਸ ਲਈ ਮਹਾਰਾਜ ਇਹ ਕੀ ਹੋ ਗਿਆ ਹੈ? ਗੁਰੂ ਨਾਨਕ ਦੇਵ ਜੀ ਦੇ ਨੇਤਰ ਕਿਰਪਾ 'ਚ ਭਰੇ ਹੋਏ, ਰਸ ਵਾਲੇ ਗੁਰੂ ਜੀ ਦੇ ਨੇਤਰਾਂ 'ਚੋਂ ਅੰਮ੍ਰਿਤ ਡੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਲੈਣਿਆ ਭਾਈ ਸੁਣ ਲੈ, ਉਹ ਪੁਰਖਾ ਬਸ ਹੁਣ ਚੁੱਪ ਕਰ ਜਾ, ਹੁਣ ਮੁੜ ਕੇ ਇੱਦਾਂ ਦੀ ਗੱਲ ਨਹੀਂ ਕਹਿਣੀ ਹੈ ਕੋਈ। ਜੋ ਤੂੰ ਮੂੰਹੋਂ ਬੋਲ ਦੇਂਗਾ ਉਹ ਹੋ ਜਾਊਗਾ ਬਸ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਬਚਨ ਕਹਿ ਦੇਂਗਾ ਧਰਤੀ ਨੂੰ ਤੇ ਧਰਤੀ ਅਸਮਾਨ ਚੁੱਟ ਜਾਏਗੀ। ਸੂਰਜ ਨੂੰ ਕਹਿ ਦੇਂਗਾ ਸੂਰਜ ਖੜ ਜਾਏਗਾ, ਧਰਤੀ ਘੁੰਮਣੋਂ ਹਟ ਜਾਏਗੀ। ਦੁਨੀਆ ਦੀ ਹਰ ਸ਼ੈ ਵਗਦੇ ਦਰਿਆ ਤੇਰੇ ਬੋਲ ਨਾਲ ਠੱਲ ਜਾਣਗੇ। ਲੈਣਿਆ ਜੋ ਤੂੰ ਕਹੇਂਗਾ ਸੱਚ ਹੋ ਜਾਏਗਾ। ਕਦੇ ਵੀ ਹੁਣ ਆਪਣੇ ਬਾਰੇ ਇੱਦਾਂ ਨਹੀਂ ਕਹਿਣਾ ਮੈਂ ਨੀਵਾਂ ਹਾਂ, ਮੇਰਾ ਸਰੀਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਕੋਈ ਦੁੱਖ ਹੋਵੇ, ਨਾ 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 ਇੱਦਾਂ ਦਾ ਬੋਲ ਨਹੀਂ ਕਹਿਣਾ।
ਕਹਿੰਦੇ ਹੁਣ ਆਗਿਆ ਮੰਨ ਲਓ, ਹੁਕਮ ਹੈ ਮੇਰਾ, ਇਹ ਮੇਰੇ ਮਤ ਹੈ ਜੋ ਮੈਂ ਤੈਨੂੰ ਕਹਿ ਰਿਹਾ ਲੈਣਿਆ ਸੁਣ ਲੈ, ਮੇਰਾ ਮਤ ਹੈ, ਮੇਰੀ ਵਿਚਾਰ ਹੈ। ਮਹਾਰਾਜ ਕਹਿੰਦੇ ਤੂੰ ਲੈਣਿਆ, ਕਹਿੰਦੇ ਹੁਣ ਤੂੰ ਸਾਰਿਆਂ ਦਾ ਗੁਰੂ ਹੋ ਗਿਆ ਤੇ ਪੂਰੀ ਦੁਨੀਆ ਤੇਰੀ ਸ਼ਿਸ਼ ਹੋ ਗਈ, ਤੂੰ ਸਭ ਦਾ ਗੁਰੂ ਹੋਵੇਂਗਾ। ਲੈਣਿਆ ਅੱਜ ਤੋਂ ਤੇਰਾ ਨਾਮ ਅੰਗਦ ਹੋਇਆ, ਤੂੰ ਲੈਣਾ ਨਹੀਂ ਰਹੇਗਾ, ਹੁਣ ਤੂੰ ਅੰਗਦ ਹੋ ਗਿਆ ਹੈ। ਤੈਨੂੰ ਮੈਂ ਆਪਣੇ ਅੰਗਾਂ ਚੋਂ ਆਪਣੇ ਆਪੇ ਚੋਂ ਪ੍ਰਗਟ ਕੀਤਾ ਹੈ, ਲੈਣਾ ਪਿੱਛੇ ਰਹਿ ਗਿਆ, ਹੁਣ ਅੰਗਦ ਹੋ ਗਿਆ, ਜਿਹੜਾ ਮੇਰੇ ਵਿੱਚੋਂ ਪ੍ਰਗਟ ਹੋਇਆ ਮੇਰਾ ਹੀ ਰੂਪ ਹੈ। ਤੇ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਕਰਾਓ। ਤੇ ਮਹਾਰਾਜ ਕਹਿੰਦੇ ਸਿੱਖੀ ਦੀ ਰੀਤ ਚਲਾਓ ਹੁਣ ਤੁਸੀਂ, ਤੇ ਕਹਿੰਦੇ ਤੁਸੀਂ ਹੁਣ ਮੇਰਾ ਹੀ ਰੂਪ ਹੋ ਗਏ। ਇਉਂ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਗੁਰਿਆਈ ਗੱਦੀ ਦਿੱਤੀ, ਗੁਰਗੱਦੀ 'ਤੇ ਬਿਠਾ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ। ਇੱਥੇ ਤੱਕ ਆਪਾਂ ਅੱਜ ਸੁਣਿਆ, ਕੱਲ੍ਹ ਨੂੰ ਸੁਣਾਂਗੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਥੋੜ੍ਹੀ ਜਿਹੀ ਨਾਰਾਜ਼ਗੀ ਵੀ ਕਰਦੇ ਆ, ਉਹ ਕਿਸ ਤਰ੍ਹਾਂ ਉਹਨਾਂ ਦਾ ਅੱਗੋਂ ਕਹਿ ਲਓ ਕਿ ਸੁਭਾਅ ਹੈ। ਜੋ ਕੁਝ ਹੋਏਗਾ ਅਗਲੇ ਪ੍ਰਸੰਗਾਂ ਵਿੱਚ ਸੁਣਾਂਗੇ। ਪ੍ਰੇਮ ਸਹਿਤ ਲਾਹੇ ਲਿਆ ਕਰੋ, ਆਪ ਵੀ ਜੁੜੋ, ਹੋਰਨਾਂ ਨੂੰ ਵੀ ਜੋੜੋ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼,